ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਉੱਤੇ ਮੈਨੂੰ ਆਪਣੀ ਕਵਿਤਾ ਦੇ ਬੋਲ ਬਦੋ ਬਦੀ ਯਾਦ ਆਉਂਦੇ ਹਨ ਕਿ ਜੋ ਕਤਲ ਗਾਹਾਂ ਵੱਲ ਤੁਰ ਪੈਂਦੇ, ਉਹ ਸਿਰ ਧਰ ਤੁਰਦੇ ਤਲੀ ਤਲੀ, ਉਹ ਮੌਤ ਨੂੰ ਮਾਸੀ ਕਹਿ ਲੈਂਦੇ, ਉਹ ਬਣ ਜਾਂਦੇ ਫਿਰ ਬਲੀ ਬਲੀ। ਸ਼ਹੀਦਾਂ ਦੀ ਗਾਥਾ ਗਾ ਹੁੰਦੀ ਹਰ ਚੌਂਕ ਚੁਰਾਹੇ ਗਲੀ ਗਲੀ। ਸਨ 1931 ਦੀ 23 ਮਾਰਚ ਨੂੰ ਫਾਂਸੀ ਦੇ ਤਖਤੇ ਤੇ ਝੂਲ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ ਵਿੱਚ ਹੋਇਆ। ਅੱਜ ਜ਼ਿਲ੍ਹਾ ਲਾਇਲਪੁਰ ਤੇ ਬੰਗਾ ਪਿੰਡ ਪੰਜਾਬ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਸਥਿਤ ਹੈ। ਭਗਤ ਸਿੰਘ ਦੇ ਵੱਡੇ ਵਡੇਰੇ ਕਿਸਾਨ ਪੰਜਾਬ ਦੇ ਹੋਰ ਅਨੇਕਾਂ ਕਿਸਾਨਾਂ ਵਾਂਗ ਅੱਜ ਦੇ ਪੰਜਾਬ ਵਾਲੇ ਦੁਆਬੇ ਨੂੰ ਛੱਡ ਕੇ ਨਹਿਰੀ ਜ਼ਮੀਨ ਦੇ ਚਾਅ ਦੇ ਵਿੱਚ 12 ਨੂੰ ਵਸਾਉਣ ਦੇ ਮਨ ਦੇ ਵਿੱਚ ਖਿਆਲ ਲੈ ਕੇ ਜਿਹੜਾ ਬੰਗਾ ਕਸਬਾ ਹੈ ਉਹਦੇ ਨੇੜੇ ਪਿੰਡ ਖਟਕੜ ਕਲਾਂ, ਉੱਥੋਂ ਉੱਠ ਕੇ ਉਹ ਲਾਇਲਪੁਰ ਦੀ ਬਾਰ ਵਿੱਚ ਜਾ ਬੈਠੇ ਸਨ। ਜ਼ਮੀਨ ਵਸਾਈ, ਪਿੰਡ ਵਸਾਇਆ ਤੇ ਪਿੰਡ ਦਾ ਨਾਮ ਵੀ ਆਪਣੇ ਕਸਬੇ ਦੇ ਨਾਮ ਦੇ ਉੱਤੇ ਬੰਗਾ ਰੱਖ ਦਿੱਤਾ। ਭਗਤ ਸਿੰਘ ਦਾ ਬਾਬਾ ਅਰਜਨ ਸਿੰਘ, ਉਸ ਦਾ ਪਿਤਾ ਸਰਦਾਰ ਕਿਸ਼ਨ ਸਿੰਘ, ਉਸ ਦਾ ਚਾਚਾ ਸਰਦਾਰ ਅਜੀਤ ਸਿੰਘ ਸੰਧੂ ਤੇ ਉਸ ਦਾ ਦੂਸਰਾ ਚਾਚਾ ਸਰਦਾਰ ਸਵਰਨ ਸਿੰਘ ਦੇਸ਼ ਦੀ ਆਜ਼ਾਦੀ ਦੀ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਸੰਘਰਸ਼ੀਲ ਸਨ। ਸੋ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੱਲ ਆਪਣੇ ਬਾਬੇ ਤੋਂ, ਪਿਤਾ ਤੋਂ, ਚਾਚਿਆਂ ਤੋਂ ਵਿਰਸੇ ਵਿੱਚ ਮਿਲੀ। ਉਸ ਦਾ ਚਾਚਾ ਅਜੀਤ ਸਿੰਘ ਖਾਸ ਕਰਕੇ, ਜਿਹੜਾ ਪੰਜਾਬ ਦਾ ਉਹਨਾਂ ਦਿਨਾਂ ਦਾ ਕਿਸਾਨ ਅੰਦੋਲਨ ਸੀ, ਉਹਦੇ ਮੁਖੀਏ ਦੇ ਤੌਰ ਤੇ ਜਾਣਿਆ ਜਾਂਦਾ। ਤੇ ਭਗਤ ਸਿੰਘ ਦਾ ਚਾਚਾ ਉਦੋਂ ਗਾਇਆ ਕਰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਇਹ ਉਦੋਂ ਦਾ ਕਿਸਾਨ ਅੰਦੋਲਨ ਸੀ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ, ਅੰਗਰੇਜ਼ਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਖੁਸ਼ ਹੈਸੀਅਤ ਟੈਕਸ ਲਾਇਆ ਸੀ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਦੇ ਲਈ। ਉਸ ਦੇ ਖਿਲਾਫ ਮੋਰਚਾ ਭਗਤ ਸਿੰਘ ਦੇ ਚਾਚੇ ਨੇ ਵਿੱਢਿਆ ਸੀ, ਅਜੀਤ ਸਿੰਘ ਨੇ ਵਿੱਢਿਆ ਸੀ। ਤੇ ਉਸ ਨੂੰ, ਅਜੀਤ ਸਿੰਘ ਨੂੰ ਜਲਾਵਤਨੀ ਵੀ ਭੁਗਤਣੀ ਪਈ। ਪਰ ਆਪਣੇ ਚਾਚੇ ਤੋਂ, ਸਰਦਾਰ ਅਜੀਤ ਸਿੰਘ ਸੰਧੂ ਤੋਂ ਪ੍ਰਭਾਵਿਤ ਸੀ ਸਰਦਾਰ ਭਗਤ ਸਿੰਘ। ਉਹਨਾਂ ਤੋਂ ਪ੍ਰਭਾਵਿਤ ਹੋ ਕੇ, ਆਪਣੇ ਵੱਡਿਆਂ ਤੋਂ ਪ੍ਰਭਾਵਿਤ ਹੋ ਕੇ ਅੰਦੋਲਨ ਵਾਲੇ ਬੰਨੇ ਤੁਰਿਆ। ਤੇ ਫਿਰ 1907 ਦਾ ਜਨਮ ਹੈ। ਉਹ ਸਮਾਂ ਜਿਹੜਾ ਸੀ ਉਹ ਅਕਾਲੀ ਮੂਵਮੈਂਟ ਦੇ ਦੁਬਾਰਾ ਉੱਠਣ ਦਾ ਸਮਾਂ ਸੀ, ਸਿੰਘ ਸਭਾ ਲਹਿਰ ਦਾ ਸਮਾਂ ਸੀ, ਗੁਰਦੁਆਰਿਆਂ ਦੀ ਆਜ਼ਾਦੀ ਦਾ ਸਮਾਂ ਸੀ, ਪਿੰਡ ਪਿੰਡ ਵਿੱਚ ਬੰਦੇ ਅਕਾਲੀ ਜਥਿਆਂ ਦਾ ਸਮਾਂ ਸੀ। ਔਰ ਉਹਨਾਂ ਦਿਨਾਂ 'ਚ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾਏ ਜਾ ਰਹੇ ਸਨ। ਜਦੋਂ ਭਗਤ ਸਿੰਘ ਅਜੇ ਅੱਲ੍ਹੜ ਉਮਰ ਸੀ, 14 ਸਾਲ ਦੀ ਉਮਰ ਸੀ ਭਗਤ ਸਿੰਘ ਦੀ, ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਿਆ। ਤੇ ਨਨਕਾਣਾ ਸਾਹਿਬ ਜਿੱਥੇ 150 ਤੋਂ ਵੱਧ ਸਿੰਘ ਸ਼ਹੀਦ ਹੋਏ, ਜਿੱਥੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਇੱਕ ਦਿਨ ਦੇ ਵਿੱਚ ਨਨਕਾਣਾ ਸਾਹਿਬ ਦੀਆਂ ਚਾਬੀਆਂ ਅੰਗਰੇਜ਼ ਕਮਿਸ਼ਨਰ ਮਿਸਟਰ ਕਰੀ ਤੋਂ ਲਈਆਂ। ਉਹ ਸਾਰਾ ਸਾਕਾ ਭਗਤ ਸਿੰਘ ਨੇ ਆਪਣੇ ਪਿਤਾ ਦੀ ਉਂਗਲ ਫੜ ਕੇ ਆਪਣੇ ਅੱਖਾਂ ਦੇ ਨਾਲ ਦੇਖਿਆ ਸੀ ਜਿਸ ਦਿਨ ਚਾਬੀਆਂ ਲਈਆਂ ਗਈਆਂ, ਕਿਉਂਕਿ ਬਹੁਤ ਵੱਡਾ ਇਕੱਠ ਹੋਇਆ ਸੀ ਉਸ ਦਿਨ। ਔਰ 14 ਸਾਲ ਦੀ ਉਮਰ ਸੀ ਉਦੋਂ ਭਗਤ ਸਿੰਘ ਦੀ। ਭਗਤ ਸਿੰਘ ਉਸ ਸਾਕੇ ਤੋਂ ਪ੍ਰਭਾਵਿਤ ਹੋਇਆ ਕਿ ਜਿੱਥੇ ਪਹਿਲਾਂ ਸ਼ਾਂਤਮਈ ਕੁਰਬਾਨੀਆਂ ਕੀਤੀਆਂ, 150 ਸਿੰਘ ਸ਼ਹੀਦ ਹੋਏ, ਪਾਠ ਕਰਦੇ ਹੋਏ ਸ਼ਹੀਦ ਹੋਏ, ਕੀਰਤਨ ਕਰਦੇ ਹੋਏ ਸ਼ਹੀਦ ਹੋਏ, ਗੁਰਦੁਆਰੇ ਦੇ ਅੰਦਰ ਬੈਠ ਕੇ ਸ਼ਹੀਦ ਹੋਏ। ਪਰ ਚਾਬੀਆਂ ਉਦੋਂ ਮਿਲੀਆਂ ਜਦੋਂ ਘੋੜਿਆਂ ਤੇ ਚੜ੍ਹ ਕੇ 2200 ਨੌਜਵਾਨ ਹੱਥਾਂ ਦੇ ਵਿੱਚ ਤੇਗਾਂ ਫੜ ਕੇ, ਗੰਡਾਸੇ ਫੜ ਕੇ, ਤਵੀਆਂ ਫੜ ਕੇ ਆ ਗਏ। ਯਾਨੀ ਕਿ ਖਾੜਕੂ ਮੂਵਮੈਂਟ ਦੇ ਨਾਲ ਚਾਬੀਆਂ ਮਿਲੀਆਂ। ਇਸ ਗੱਲ ਤੋਂ ਭਗਤ ਸਿੰਘ ਪ੍ਰਭਾਵਿਤ ਹੋਇਆ ਕਿ ਸ਼ਾਂਤਮਈ ਕੁਰਬਾਨੀਆਂ ਵੀ ਬੇਸ਼ੱਕ ਜ਼ਰੂਰੀ ਨੇ, ਪਰ ਤੁਹਾਡੀਆਂ ਪ੍ਰਾਪਤੀਆਂ ਦੇ ਲਈ ਤੁਹਾਨੂੰ ਖਾੜਕੂ ਅੰਦੋਲਨ ਵਿੱਢਣੇ ਪੈਂਦੇ ਨੇ। ਤੇ ਭਗਤ ਸਿੰਘ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਖਾੜਕੂ ਵਿਚਾਰਧਾਰਾ ਵਾਲਾ ਬਣ ਗਿਆ। ਇਹ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਦੇ ਵਿੱਚ ਆਪ ਲਿਖਿਆ। ਉਹਨਾਂ ਦਿਨਾਂ 'ਚ ਸਾਕਾ ਜਲਿਆਂਵਾਲਾ ਵੀ ਹੋਇਆ, ਜਿਹਦੇ 'ਚ 1300 ਪੰਜਾਬੀ ਸ਼ਹੀਦ ਹੋਏ, ਜਿਨ੍ਹਾਂ 'ਚੋਂ 799 ਅੰਮ੍ਰਿਤਧਾਰੀ ਸਿੱਖ ਸਨ।
ਉਹਨਾਂ ਦਿਨਾਂ 'ਚ ਨਾਮਧਾਰੀ ਮੋਰਚਾ ਵੀ ਚੱਲ ਰਿਹਾ ਸੀ। ਨਾਮਧਾਰੀਏ ਫੜ ਕੇ ਮਲੇਰਕੋਟਲੇ ਦੇ ਵਿੱਚ ਤੋਪਾਂ ਦੇ ਨਾਲ ਉਡਾ ਦਿੱਤੇ ਗਏ ਸਨ। ਇਹਨਾਂ ਸਾਰਿਆਂ ਸਾਕਿਆਂ ਤੋਂ ਭਗਤ ਸਿੰਘ ਪ੍ਰਭਾਵਿਤ ਹੋਇਆ। ਸੋ ਭਗਤ ਸਿੰਘ ਦੀ ਵਿਚਾਰਧਾਰਾ ਦੇ ਵਿੱਚ ਸਿੱਖੀ ਵਿਚਾਰਧਾਰਾ ਆਪਣੇ ਪਰਿਵਾਰਕ ਤੌਰ ਤੇ ਵੀ ਸੀ ਕਿ ਉਹਦੇ ਵੱਡੇ ਵਡੇਰੇ ਕਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਣਾ ਖਾਨਦਾਨ ਮਿਲਦੇ ਸਨ, ਉਹਦੇ ਵੱਡੇ ਵਡੇਰੇ ਸੰਧੂ ਪਰਿਵਾਰ ਕਦੀ ਆਪਣਾ ਖਾਨਦਾਨ ਬਾਬਾ ਦੀਪ ਸਿੰਘ ਨਾਲ ਮਿਲਦੇ ਸਨ। ਸੋ ਪਰਿਵਾਰਕ ਤੌਰ ਤੇ ਵੀ ਸਿੱਖੀ ਦੀ ਸਪਿਰਿਟ ਸੀ। ਔਰ ਬਾਬਾ ਅਰਜਨ ਸਿੰਘ ਦਾ ਪਰਿਵਾਰ ਜਦੋਂ ਪੰਜਾਬ ਦੇ ਇੱਧਰਲੇ ਪਾਸੇ ਰਿਹਾ ਕਰਦਾ ਸੀ, ਉਹਦੇ ਵੱਡੇ ਵਡੇਰੇ ਉਹਨਾਂ ਦੀ ਪਿਰਤ ਸੀ ਇੱਕ ਕਿ ਉਹ ਕੇਸਗੜ੍ਹ ਜਾ ਕੇ ਅੰਮ੍ਰਿਤ ਛਕਿਆ ਕਰਦੇ ਸਨ। ਸੋ ਸਿੱਖੀ ਦੀ ਇੱਕ ਚਿੰਨ੍ਹ ਲੈ ਕੇ ਭਗਤ ਸਿੰਘ ਜੰਮਿਆ। ਬੇਸ਼ੱਕ ਬਾਅਦ 'ਚ ਕਾਮਰੇਡਾਂ ਨੇ ਉਹਦੇ ਨਾਵਾਂ ਨਾਲ ਕਈ ਤਰ੍ਹਾਂ ਦੀਆਂ ਬੇਲੋੜੀਆਂ ਜਿਹੀਆਂ ਲਿਖਤਾਂ ਜੋੜ ਕੇ ਉਹਨੂੰ ਕਾਮਰੇਡ ਜਾਂ ਨਾਸਤਿਕ ਘੋਸ਼ਿਤ ਕਰਨ ਦੀ ਸਿੱਧ ਗੱਲ ਕੀਤੀ, ਪਰ ਭਗਤ ਸਿੰਘ ਨੂੰ ਜੇ ਆਪਣੀ ਉਹਦੀਆਂ ਲਿਖਤਾਂ ਕਦੇ ਪੜ੍ਹਨੀਆਂ ਹੋਣ, ਕਦੇ ਆਪਣੀਆਂ ਲਿਖਤਾਂ ਜਾਣਨੀਆਂ ਹੋਣ, ਤੇ 1928 ਦੇ ਵਿੱਚ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ, ਸਾਂਡਰਸ ਦੇ ਕਤਲ ਤੋਂ ਪਹਿਲਾਂ, ਭਗਤ ਸਿੰਘ ਨੇ ਲਾਹੌਰ ਦੇ ਇੱਕ ਸੈਮੀਨਾਰ ਦੇ ਵਿੱਚ ਪਰਚਾ ਪੜ੍ਹਿਆ ਸੀਗਾ ਕਿ ਭਾਰਤੀ ਆਜ਼ਾਦੀ ਲਹਿਰ ਦੀ ਪਹਿਲੀ ਇਨਕਲਾਬੀ ਜਥੇਬੰਦੀ, ਉਹਦੇ 'ਚ ਉਹਨੇ ਪਹਿਲੀ ਇਨਕਲਾਬੀ ਜਥੇਬੰਦੀ ਨਾਮਧਾਰੀ ਲਹਿਰ ਨੂੰ ਆਖਿਆ ਸੀ। ਸੋ ਨਾਮਧਾਰੀ ਲਹਿਰ ਤੋਂ ਵੀ ਪ੍ਰਭਾਵਿਤ ਸੀ, ਬਾਬਾ ਰਾਮ ਸਿੰਘ ਤੋਂ ਵੀ ਪ੍ਰਭਾਵਿਤ ਸੀ, ਸਾਕਾ ਨਨਕਾਣਾ ਸਾਹਿਬ ਤੋਂ ਪ੍ਰਭਾਵਿਤ ਸੀ। ਅਕਾਲੀ ਲਹਿਰ ਦਾ ਜਿਹੜਾ ਜੇਤੂ ਦਾ ਮੋਰਚਾ ਸੀ, ਜਿਹਨੂੰ ਆਪਾਂ ਜੱਤ ਵਾਲਾ ਮੋਰਚਾ ਤੌਰ ਤੇ ਜਾਂਦੇ ਹਾਂ, ਜਥਿਆਂ ਨੂੰ ਜਦੋਂ ਰਾਹ 'ਚ ਰੋਕ ਕੇ ਲੰਗਰ ਛਕਾ ਸੀ, ਪਹਿਲਾ ਪਰਚਾ ਭਗਤ ਸਿੰਘ ਤੇ ਉਦੋਂ ਦਰਜ ਹੋਇਆ ਸੀ। ਸੋ ਉਹਦੀ ਜੀਵਨੀ ਦੱਸਦੀ ਹੈ ਕਿ ਸਿੱਖ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ, ਆਪਣੀ ਪਿਤਾ ਪੁਰਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਬਾਅਦ 'ਚ ਸਾਂਡਰਸ ਦਾ ਕਤਲ ਹੋਇਆ, ਕਤਲ ਦੇ ਵਿੱਚੋਂ ਜੇਲ੍ਹ ਵਿੱਚ ਗਿਆ। ਕੁੱਕਰੀ ਵਾਲਾ ਇੱਕ ਕਾਂਡ ਹੋਇਆ, ਮੇਰੇ ਕੋਲ ਸਮਾਂ ਨਹੀਂ ਮੈਂ ਉਸ ਗੱਲ ਨੂੰ ਵੱਡੇ ਤਰੀਕੇ ਨਾਲ ਕਹਿ ਸਕਾਂ, ਪਰ ਜਦੋਂ ਜੇਲ੍ਹ ਦੇ ਵਿੱਚ ਸੀ, ਜਿਸ ਸਮੇਂ ਭਗਤ ਸਿੰਘ ਲਾਹੌਰ ਦੀ ਜੇਲ੍ਹ ਦੇ ਵਿੱਚ ਸੀ, ਉਸੇ ਸਮੇਂ ਸਿੱਖ ਕੌਮ ਦੀ ਇੱਕ ਬੜੀ ਮਾਅਨਾਜ ਹਸਤੀ, ਬੜੀ ਜਾਣੀ ਪਛਾਣੀ ਸ਼ਖਸੀਅਤ, ਉਹ ਸ਼ਖਸੀਅਤ ਜਿਹਨੂੰ ਅਕਾਲ ਤਖਤ ਸਾਹਿਬ ਨੇ ਉਹਨਾਂ ਸਮਿਆਂ ਦੇ ਵਿੱਚ ਭਾਈ ਸਾਹਿਬ ਦੀ ਉਪਾਧੀ ਦਿੱਤੀ ਸੀ, ਉਹ ਸ਼ਖਸੀਅਤ ਜਿਹਦੇ ਤੋਂ ਅਖੰਡ ਕੀਰਤਨੀ ਜਥਿਆਂ ਦਾ ਰੁਝਾਨ ਸ਼ੁਰੂ ਹੋਇਆ, ਮੇਰੀ ਮੁਰਾਦ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਉਹ ਵੀ ਉਹਨਾਂ ਦਿਨਾਂ 'ਚ ਲਾਹੌਰ ਦੀ ਜੇਲ੍ਹ ਵਿੱਚ ਨਜ਼ਰਬੰਦ ਸਨ। ਔਰ 16 ਸਾਲ ਦੀ ਲੰਮੀ ਜੇਲ੍ਹ ਵੱਖ-ਵੱਖ ਜੇਲ੍ਹਾਂ ਦੇ ਵਿੱਚ, ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭਾਈ ਰਣਧੀਰ ਸਿੰਘ ਨੇ ਭੋਗੀ ਸੀ। ਔਰ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਰਿਹਾਈ ਦਾ ਸਮਾਂ ਆਇਆ, ਉਹ ਰਿਹਾਈ ਦਾ ਸਮਾਂ ਸੀ 7 ਅਕਤੂਬਰ 1930। ਔਰ 7 ਅਕਤੂਬਰ 1930 ਹੀ ਉਹ ਸਮਾਂ ਸੀ ਜਿਸ ਦਿਨ ਰਾਜਗੁਰੂ ਨੂੰ, ਭਗਤ ਸਿੰਘ ਨੂੰ ਤੇ ਭਗਤ ਸਿੰਘ ਦੇ ਦੋਨਾਂ ਸਾਥੀਆਂ ਨੂੰ ਆਖਣਾ ਚਾਹੀਦਾ ਹੈ ਕਿ ਭਗਤ ਸਿੰਘ ਨੂੰ, ਨੇ ਦੋਵਾਂ ਸਾਥੀਆਂ ਨੂੰ, ਰਾਜਗੁਰੂ ਨੂੰ ਤੇ ਸੁਖਦੇਵ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਤੇ 16 ਸਾਲ ਦੀ ਜੇਲ੍ਹ ਕੱਟ ਕੇ ਉਸੇ ਦਿਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਰਿਹਾਈ ਦਾ ਹੁਕਮ ਵੀ ਸੁਣਾਇਆ ਗਿਆ। ਪਰ 4 ਅਕਤੂਬਰ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਤੇ ਭਗਤ ਸਿੰਘ ਦੀ ਲਾਹੌਰ ਜੇਲ੍ਹ ਦੇ ਅੰਦਰ ਮੁਲਾਕਾਤ ਹੋਈ ਕਿ ਭਾਈ ਸਾਹਿਬ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ, ਇੱਕ ਦੇਸ਼ ਭਗਤ ਹੋਰ ਸੀ ਉਹਨਾਂ ਦਿਨਾਂ ਦੇ ਵਿੱਚ ਜੇਲ੍ਹ ਦੇ ਅੰਦਰ, ਉਹਦਾ ਨਾਂ ਸੀ ਚੂੜ ਸਿੰਘ। ਉਹਦੇ ਰਾਹੀਂ ਭਗਤ ਸਿੰਘ ਨੇ ਆਪਣੀਆਂ ਬੈਰਕਾਂ ਦੇ ਵਿੱਚੋਂ ਜਿਹੜੀਆਂ ਫਾਂਸੀ ਵਾਲੀਆਂ ਬੈਰਕਾਂ ਸੀਗੀਆਂ, ਉੱਧਰੋਂ ਸੁਨੇਹਾ ਭੇਜਿਆ ਭਾਈ ਸਾਹਿਬ ਨੂੰ ਕਿ ਅਸੀਂ ਤਾਂ ਫਾਂਸੀ ਵਾਲੀਆਂ ਬੈਰਕਾਂ ਤੋਂ ਬਾਹਰ ਨਹੀਂ ਆ ਸਕਦੇ, ਪਰ ਤੁਸੀਂ ਜੇ ਯਤਨ ਕਰੋ ਤਾਂ ਕਿਸੇ ਤਰ੍ਹਾਂ ਤੁਹਾਡੀ ਰਿਹਾਈ ਹੋ ਰਹੀ ਹੈ, ਜਲਦੀ ਰਿਹਾਈ ਹੋ ਰਹੀ ਹੈ, ਤੁਸੀਂ ਮੁਲਾਕਾਤ ਕਰ ਸਕਦੇ ਹੋ। ਸੋ 4 ਅਕਤੂਬਰ 1930 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਭਗਤ ਸਿੰਘ ਦੀ ਇੱਛਾ ਪੂਰੀ ਕਰਨ ਦੇ ਲਈ ਇਸ ਚੂੜ ਸਿੰਘ ਦੇ ਰਾਹੀਂ ਯਤਨ ਕਰਕੇ ਭਗਤ ਸਿੰਘ ਨਾਲ ਮੁਲਾਕਾਤ ਕੀਤੀ। ਔਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਉਸ ਮੁਲਾਕਾਤ ਦਾ ਵਰਣਨ ਆਪਣੀ ਕਿਤਾਬ ਜੇਲ੍ਹ ਚਿੱਠੀਆਂ ਦੇ ਵਿੱਚ ਬੜੇ ਵਿਸਤਾਰ ਨਾਲ ਕੀਤਾ। ਉੱਥੇ ਭਗਤ ਸਿੰਘ ਨੇ ਵੀ ਆਪਣਾ ਦਿਲ ਫੋਲਿਆ ਪੂਰੀ ਤਰ੍ਹਾਂ ਭਾਈ ਸਾਹਿਬ ਦੇ ਸਾਹਮਣੇ, ਉਹਨਾਂ ਦੀ ਸ਼ਖਸੀਅਤ ਦੇ ਸਾਹਮਣੇ, ਭਾਈ ਸਾਹਿਬ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਸਾਹਮਣੇ ਭਗਤ ਸਿੰਘ ਨੇ ਆਪਣਾ ਦਿਲ ਫੋਲਿਆ ਕਿ ਮੈਨੂੰ ਕਿਉਂ ਕੇਸ ਕਟਾਉਣੇ ਪਏ। ਔਰ ਨਾਲ ਨਾਲ ਆਪਣੇ ਦਿਲ ਦੇ ਵਲਵਲਿਆਂ ਦੀ ਗੱਲ ਕੀਤੀ, ਆਪਣੇ ਸਿੱਖੀ ਪਿਆਰ ਦੀ ਗੱਲ ਕੀਤੀ, ਆਪਣੀ ਕੁਰਬਾਨੀ ਦੀ ਗੱਲ ਉਹਨਾਂ ਦੀ ਕੀਤੀ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਅੱਜ ਤੱਕ ਜੋ ਹੋਇਆ, ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕੱਟਾਂਗਾ। ਇਸੇ ਕਰਕੇ ਭਗਤ ਸਿੰਘ ਜਦੋਂ ਸ਼ਹੀਦ ਹੋਇਆ ਪੂਰੀ ਤਰ੍ਹਾਂ ਕੇਸਾਂ ਤਾਂ ਨਹੀਂ ਸੀ। ਔਰ ਇਸ ਦਾ ਜ਼ਿਕਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਆਪਣੀ ਮੁਲਾਕਾਤ ਦੇ ਵਿੱਚ ਵੀ ਕੀਤਾ। ਤੇ ਗੁਰਮਤਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਕਹਿੰਦੇ ਨੇ ਗੁਰਮਤਿ ਫਲਸਫੇ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ, ਆਪਣੇ ਆਪ ਨੂੰ ਦੁਬਾਰਾ ਸਿੱਖੀ ਦੇ ਵਿੱਚ ਪ੍ਰਵੇਸ਼ ਕਰਕੇ, ਕਿਉਂਕਿ ਉਹਨੂੰ ਰੂਪ ਬਦਲਣ ਦੇ ਲਈ ਮੂਵਮੈਂਟਾਂ ਦੇ ਵਿੱਚ ਜਿਹੜਾ ਕੁਝ ਹੋਇਆ ਕਰਦਾ ਹੈ, ਉਹਨੂੰ ਆਪਣੇ ਕੇਸ ਕਟਾਉਣੇ ਪਏ ਸਨ।
ਤੇ ਉਹਨੇ ਉਹਦਾ ਪਛਤਾਤਾਪ ਵੀ ਕੀਤਾ ਤੇ ਬਾਅਦ 'ਚ ਕੇਸ ਵੀ ਰੱਖੇ ਤੇ ਸ਼ਹਾਦਤ ਉਹਨੇ ਪੂਰੇ ਕੇਸਾਧਾਰੀ ਹੋ ਕੇ ਭਗਤ ਸਿੰਘ ਨੇ ਦਿੱਤੀ। ਇਹ ਸਾਡੇ ਕੋਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਵੱਡੀ ਅਗਵਾਈ ਹੈ, ਇਹ ਵੱਡੀ ਗਵਾਹੀ ਹੈ ਸਾਡੇ ਕੋਲ ਇਹ। ਔਰ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ ਵੀ ਜਿਹੜੀਆਂ ਉਹਦੇ ਜੀਂਦੇ ਜੀ ਛਪੀਆਂ, ਜਿਹੜੇ ਉਹਦੇ ਜੀਂਦੇ ਜੀ ਸੈਮੀਨਾਰਾਂ 'ਚ ਪਰਚੇ ਪੜ੍ਹੇ, ਇਹ ਸਾਰੀ ਗੱਲ ਨੂੰ ਜਿਹੜਾ ਉਹਦਾ ਆਲਾ ਦੁਆਲਾ ਸੀ, ਜਿਹੋ ਜਿਹਾ ਮਾਹੌਲ ਸੀ, ਉੱਥੋਂ ਸਭ ਕੁਝ ਪਤਾ ਲੱਗਦਾ ਹੈ। ਪਰ ਬਾਅਦ ਦੇ ਵਿੱਚ ਕੁਛ ਲੋਕਾਂ ਨੇ ਇੱਕ ਗਿਣਮਿੱਤੀ ਸਾਜ਼ਿਸ਼ ਮੁਤਾਬਕ ਜਿੱਦਾਂ ਦੇਸ਼ ਭਗਤ ਗਦਰੀ ਬਾਬਿਆਂ ਨੂੰ, ਉਹ ਦੇਸ਼ ਭਗਤ ਗਦਰੀ ਬਾਬੇ ਸਰਦਾਰ ਸੋਹਣ ਸਿੰਘ ਭਕਨਾ ਵਰਗੇ, ਉਹ ਦੇਸ਼ ਭਗਤ ਗਦਰੀ ਬਾਬੇ ਬਾਬਾ ਜਵਾਲਾ ਸਿੰਘ ਵਰਗੇ, ਉਹ ਦੇਸ਼ ਭਗਤ ਗਦਰੀ ਬਾਬੇ ਬਾਬਾ ਰਣਧੀਰ ਸਿੰਘ ਵਰਗੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ, ਉਹ ਦੇਸ਼ ਭਗਤ ਗਦਰੀ ਬਾਬੇ ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ ਜਿਹੜੇ ਕਿ ਅੰਮ੍ਰਿਤਧਾਰੀ ਸਨ, ਉਹਨਾਂ ਨੂੰ ਵੀ ਉਹ ਦੇਸ਼ ਭਗਤ ਗਦਰੀ ਬਾਬੇ ਜਿਹੜੇ ਕਾਮਾਗਾਟ ਟਮਾਰੋ ਵਾਲੇ ਬਾਬਾ ਗੁਰਦਿੱਤ ਸਿੰਘ ਵਰਗੇ ਸਨ, ਸਾਰੇ ਅੰਮ੍ਰਿਤਧਾਰੀ ਸਨ, ਉਹਨਾਂ ਨੂੰ ਵੀ ਬਾਅਦ 'ਚ ਕਾਮਰੇਡ ਬਣਾ ਦਿੱਤਾ ਗਿਆ। ਅੱਜ ਵੀ ਸਾਡੇ ਆਲੇ ਦੁਆਲੇ ਕੁਛ ਇਹੋ ਜਿਹਾ ਚੱਲ ਰਿਹਾ। ਉੱਦਾਂ ਹੀ ਭਗਤ ਸਿੰਘ ਨੂੰ ਕਾਮਰੇਡ ਬਣਾਉਣ ਦੇ ਲਈ ਇਹ ਆਖਿਆ ਗਿਆ ਕਿ ਉਹ ਜੇਲ੍ਹ ਦੇ ਅੰਦਰ ਉਹਨੇ ਆਹ ਲਿਖਤਾਂ ਲਿਖੀਆਂ, ਉਹਦੇ ਨਾਂ ਦੇ ਉੱਤੇ ਲਿਖਤਾਂ ਲਿਖ ਕੇ ਬਾਅਦ 'ਚ ਛਪਾਈਆਂ ਗਈਆਂ। ਖਾਸ ਕਰਕੇ ਕਿਤਾਬ ਮੈਂ ਨਾਸਤਕ ਕਿਉਂ ਆ ਉਹਦੇ ਨਾਂ ਦੇ ਉੱਤੇ ਛਾਪੀ ਗਈ। ਹਾਲੇ ਕਿ ਭਗਤ ਸਿੰਘ, ਜੇ ਕਿਤੇ ਭਾਈ ਰਣਧੀਰ ਸਿੰਘ ਦੀਆਂ ਚਿੱਠੀਆਂ ਪੜ੍ਹ ਕੇ ਦੇਖੀ, ਭਗਤ ਸਿੰਘ ਨਾਲ ਜੋੜ ਕੇ ਦੇਖਣਾ ਹੋਵੇ, ਉਹਨਾਂ ਦਿਨਾਂ 'ਚ ਅੰਗਰੇਜ਼ਾਂ ਦੀ ਕੈਦ ਇੰਨੀ ਸਖਤ ਸੀ ਕਿ ਕਿਸੇ ਵੀ ਮਨੁੱਖ ਨੂੰ ਬਾਹਰ ਕਿਤੇ ਜੁੜਨਾ ਵੀ ਹੁੰਦਾ ਸੀ, ਕਿਤੇ ਚਿੱਠੀ ਵੀ ਇੱਕ ਜਾਣੀ ਹੁੰਦੀ ਸੀ ਤਾਂ ਉਹਨੂੰ ਮਹੀਨੇ ਲੱਗ ਜਾਂਦੇ ਸਨ ਇੱਕ ਚਿੱਠੀ ਜਾਣ ਲਈ, ਕਾਗਜ਼ ਦੇਣ ਦੇ ਲਈ। ਉਹ ਲਿਖਿਆ ਜਾਂਦਾ ਹੁੰਦਾ ਰਜਿਸਟਰਾਂ ਦੇ ਉੱਤੇ, ਫਿਰ ਚਿੱਠੀ ਲਿਖਣੀ, ਉਹਨੂੰ ਡਿਪਟੀ ਜੇਲਰ ਨੇ ਪੜ੍ਹਨਾ, ਫਿਰ ਜੇਲਰ ਨੇ ਪੜ੍ਹਨਾ, ਫਿਰ ਉਹਦੀ ਇੰਟੈਲੀਜੈਂਸੀ ਨੇ ਛਾਣਬੀਨ ਕਰਨੀ, ਫਿਰ ਚਿੱਠੀ ਬਾਹਰ ਪੋਸਟ ਹੋਣੀ, ਜੇ ਚਿੱਠੀ ਆਉਣੀ ਹੈ ਤਾਂ ਵੀ ਇੱਦਾਂ ਹੋਣੀ। ਸਖਤੀ ਜੇਲ੍ਹਾਂ ਸਨ। ਹਾਲੇ ਕਿ ਭਾਈ ਰਣਧੀਰ ਸਿੰਘ ਜੀ ਸਿਆਸੀ ਕੈਦੀ ਮੱਥੇ ਹੋਏ ਸਨ। ਭਗਤ ਸਿੰਘ ਨੂੰ ਸਿਆਸੀ ਕੈਦੀ ਨਹੀਂ ਸੀ ਮਿੱਥਿਆ, ਕਿਉਂਕਿ ਕਤਲ ਕੀਤਾ ਹੋਇਆ ਸੀ। ਤੇ ਭਗਤ ਸਿੰਘ ਨੂੰ ਇੱਦਾਂ ਕਿੱਦਾਂ ਸਹੂਲਤਾਂ ਮਿਲ ਸਕਦੀਆਂ ਕਿ ਉਹਦੇ ਕੋਲ ਜਿਹੜੀਆਂ ਹਜ਼ਾਰਾਂ ਕਿਤਾਬਾਂ ਪਹੁੰਚਾ ਦਿੱਤੀਆਂ ਜਾਣ ਜਾਂ ਉਹਨੂੰ ਲਿਖਣ ਦੀ ਇਜਾਜ਼ਤ ਦਿੱਤੀ ਹੋਵੇ, ਇੱਦਾਂ ਦਾ ਕੁਝ ਨਹੀਂ ਸੀ। ਬੜੀ ਸਖਤ ਕੈਦ ਸੀ। ਉਹਨਾਂ ਸਮੇਂ ਜਿਹੜੇ ਲੋਕ ਕਹਿੰਦੇ ਨੇ ਕਿ ਭਗਤ ਸਿੰਘ ਨੇ ਜੀ 10,000 ਕਿਤਾਬਾਂ ਜੇਲ੍ਹ ਵਿੱਚ ਪੜ੍ਹ ਰਹੀਆਂ, ਭਗਤ ਸਿੰਘ ਨੇ ਜੀ ਉੱਥੇ ਬੈਠ ਕੇ ਏਡੇ ਵੱਡੇ ਪੈਂਫਲੇਟ ਲਿਖਤੇ, ਏਡੇ ਵੱਡੇ ਕਿਤਾਬ 'ਚ ਲਿਖਤੇ, ਏਡੀ ਵੱਡੀਆਂ ਕਿਤਾਬਾਂ ਲਿਖਤੀਆਂ, ਉਹ ਕੁਝ ਵੀ ਨਹੀਂ। ਸਿਰਫ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਮੁਤਾਬਕ ਉਹਨੂੰ ਸਿੱਖੀ ਨਾਲ ਜੋੜਨ ਦਾ ਸਿੱਖੀ ਨਾਲੋਂ ਤੋੜਨ ਦਾ ਇੱਕ ਯਤਨ ਕੀਤਾ ਗਿਆ। ਉਹਦੀ ਵਿਚਾਰਧਾਰਾ ਦੇ ਵਿੱਚ ਖਲਲ ਪਾਉਣ ਦਾ ਯਤਨ ਕੀਤਾ ਗਿਆ। ਭਗਤ ਸਿੰਘ ਦੀ ਵਿਚਾਰਧਾਰਾ ਇਨਕਲਾਬੀ ਸੀ, ਗੁਰਮਤ ਨਾਲ ਜੁੜਿਆ ਹੋਇਆ ਇਨਕਲਾਬ ਸੀ, ਕਿਉਂਕਿ ਗੁਰਮਤ ਨਾਲ ਜੁੜੀ ਹੋਈ ਵਿਚਾਰਧਾਰਾ ਸਮਾਜਵਾਦ ਦੀ ਗੱਲ ਕਰਦੀ ਹੈ, ਸੋਸ਼ਲਿਜ਼ਮ ਦੀ ਗੱਲ ਕਰਦੀ ਹੈ, ਗਰੀਬਾਂ ਦੇ ਨਾਲ, ਭਾਈ ਲਾਲੋਆਂ ਦੇ ਨਾਲ ਖਲੋਣ ਦੀ ਗੱਲ ਕਰਦੀ ਹੈ। ਇਸ ਤੋਂ ਪ੍ਰਭਾਵ ਸੀ ਇਸ ਕਰਕੇ ਉਹਨੂੰ ਸਮਾਜਵਾਦੀ ਵਿਚਾਰਧਾਰਾ ਵੀ ਚੰਗੀ ਲੱਗਦੀ ਸੀ, ਪਰ ਆਪਣੀ ਪਿਤਾ ਪੱਖੀ ਵਿਚਾਰਧਾਰਾ ਤੋਂ ਉਹ ਸਿੱਖੀ ਵਿਚਾਰਧਾਰਾ ਨਾਲ ਜੁੜ ਕੇ ਕੁਰਬਾਨੀ ਦੇ ਰਸਤੇ ਉੱਤੇ ਤੁਰਿਆ। ਇਹ ਅੱਜ ਸਮਾਂ ਨਹੀਂ ਉਸ ਮੈਂ ਬਹੁਤ ਵੱਡੇ ਵਿਸਤਾਰ ਨਾਲ ਕਹਿ ਸਕਾਂ, ਪਰ ਇਹਨੂੰ ਜਿਸ ਵੀ ਐਂਗਲ ਤੋਂ ਦੇਖੋਗੇ ਤੁਸੀਂ ਭਗਤ ਸਿੰਘ ਦੇ ਜੀਵਨ ਨੂੰ, ਇਹ ਚੰਗਾ ਲੱਗੇਗਾ। ਇਹ ਤੁਹਾਨੂੰ ਮਹਿਸੂਸ ਹੋਵੇਗਾ ਕਿ ਭਗਤ ਸਿੰਘ ਸਿੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ। ਪਰ ਤੁਹਾਡੇ ਨਾਸਤਿਕ ਵਿਚਾਰਧਾਰਾ ਵਾਲੇ ਕੁਝ ਲੋਕਾਂ ਨੇ ਜਿਹੜੀ ਕਿ ਲਹਿਰ ਹਿੰਦੁਸਤਾਨ 'ਚ ਬਾਅਦ ਚੁੱਭਰੀ, ਉਹਨਾਂ ਨੇ ਭਗਤ ਸਿੰਘ ਨੂੰ ਉਹਦੇ ਨਾਂ 'ਤੇ ਮੈਂ ਨਾਸਤਿਕ ਕਿਉਂ ਆ ਵਰਗੇ ਕਿਤਾਬ 'ਚ ਲਿਖ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਕਿ 1949 'ਚ ਪਹਿਲੀ ਵਾਰੀ ਛਪਿਆ ਸੀ। ਯਾਨੀ ਭਗਤ ਸਿੰਘ ਦੀ ਸ਼ਹਾਦਤ ਤੋਂ ਵੀ 18-19 ਸਾਲ ਬਾਅਦ 'ਚ ਛਾਪਿਆ ਗਿਆ। ਉਹਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਭਗਤ ਸਿੰਘ ਦੀਆਂ ਜੇ ਓਰੀਜਨਲ ਲਿਖਤਾਂ ਦੇਖਣੀਆਂ 1928 ਜਿਹੜਾ ਭਗਤ ਸਿੰਘ ਨੇ ਪਰਚਾ ਪੜ੍ਹਿਆ, ਜਿਹਦਾ ਮੈਂ ਜ਼ਿਕਰ ਕੀਤਾ ਹੈ, ਉਹ ਪ੍ਰਸਿੱਧ ਇਤਿਹਾਸਕਾਰ ਗਿਆਨੀ ਤਰਲੋਕ ਸਿੰਘ ਤੂਫਾਨ ਦੀ ਆਪਣੀ ਕਿਤਾਬ ਹੈ ਸਰਦਾਰ ਭਗਤ ਸਿੰਘ ਸ਼ਹੀਦ, ਉਹਦੇ ਵਿੱਚੋਂ ਦੇਖਿਆ ਜਾ ਸਕਦਾ ਹੈ। ਖੈਰ, ਪਰ ਇਹਨਾਂ ਲੋਕਾਂ ਨੇ, ਨਾਸਤਿਕ ਕਿਸਮ ਦੇ ਲੋਕਾਂ ਨੇ ਭਗਤ ਸਿੰਘ ਦਾ ਬਹੁਤ ਵੱਡਾ ਨੁਕਸਾਨ ਕੀਤਾ, ਕਿਉਂਕਿ ਉਹਨੂੰ ਕਾਮਰੇਡ ਪ੍ਰਚਾਰ ਕੇ, ਨਾਸਤਿਕ ਪ੍ਰਚਾਰ ਕੇ ਉਹਨੂੰ ਗੁਰਦੁਆਰਿਆਂ ਦੀ ਹਦੂਦ ਤੋਂ ਦੂਰ ਰੱਖਿਆ ਗਿਆ। ਪਰ ਇਹ ਇੱਕ ਤਰ੍ਹਾਂ ਦੀ ਸ਼ਾਬਾਸ਼ੀ ਦੇਣੀ ਚਾਹੀਦੀ ਆ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂ ਵਾਲੀਆਂ ਸੰਗਤਾਂ ਨੂੰ। ਭਗਤ ਸਿੰਘ ਦਾ ਨਾਨਕਾ ਪਿੰਡ ਸੀ, ਸਿੱਖੀ ਦੇ ਵਿੱਚ ਪੁਰਸ਼ ਪਿੰਡ ਸੀ, ਇਹ ਸਿੱਖੀ ਨਾਲ ਜੁੜਿਆ ਹੋਇਆ ਪਿੰਡ ਸੀ। ਉਹਨਾਂ ਪਿੰਡ ਵਾਲਿਆਂ ਨੂੰ, ਉਹਨਾਂ ਲੋਕਾਂ ਨੂੰ, ਜਾਂ ਖਟਕੜ ਕਲਾਂ ਦੇ ਲੋਕਾਂ ਨੂੰ, ਜਾਂ ਮੋਰਾਂ ਵਾਲੀ ਵਾਲੇ ਲੋਕਾਂ ਨੂੰ, ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਗੁਰਦੁਆਰਿਆਂ 'ਚ ਭਗਤ ਸਿੰਘ ਦਾ ਇਹ ਜਨਮ ਦਿਨ ਨਹੀਂ, ਸ਼ਹੀਦੀ ਦਿਨ ਮਨਾਉਣਾ ਸ਼ੁਰੂ ਕੀਤਾ। ਔਰ ਜਦੋਂ ਸ਼ਹੀਦੀ ਦਿਨ ਮਨਾਉਣ ਲੱਗੇ ਤੇ ਉਹਦੀ ਜਦੋਂ ਪਰਿਵਾਰਾਂ ਦੀਆਂ ਪਰਤਾਂ ਫੋਲ ਕੇ ਦੇਖੀਆਂ ਬੁਲਾਰਿਆਂ ਨੇ, ਉਹਦੀ ਵਿਚਾਰਧਾਰਾ ਨੂੰ ਦੇਖਿਆ, ਤੇ ਉੱਥੋਂ ਇਹ ਗੱਲ ਜ਼ਾਹਰ ਹੋਈ ਕਿ ਭਗਤ ਸਿੰਘ ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ, ਤੇ ਭਗਤ ਸਿੰਘ ਦੀ ਦੁਬਾਰਾ ਉਸ ਵੱਡੇ ਪੱਧਰ 'ਤੇ ਗੱਲ ਹੋਣ ਲੱਗੀ। ਉਹਦੀ ਉਹ ਵਿਚਾਰਧਾਰਾ ਜਿਹੜੀ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਹੈ, ਉਹਦੀ ਉਹ ਵਿਚਾਰਧਾਰਾ ਜਿਹੜੀ ਸਿੱਖੀ ਨਾਲ ਜੁੜੀ ਹੋਈ ਇਨਕਲਾਬੀ ਵਿਚਾਰਧਾਰਾ ਹੈ, ਉਹਦਾ ਮਦਈ ਸੀ। ਭਗਤ ਸਿੰਘ ਪੰਜਾਬ ਦੇ ਵਿਰਸੇ ਦਾ ਮਦਈ ਸੀ। ਔਰ ਅੱਜ ਫਿਰ
मैं सोचदा जदों भगत सिंह दे चाचे की गल करां ते किसान दा अंदोलन की गल चल रही होंदी है। भगत सिंह की जन्म दिहाड़े के उत्ते उसकी कीती ते नीति तो सेध लैंदियां उसके चाचे की गल करदियां पगड़ी संभाल जट्टा मोर्चे की गल करदियां मैं महसूस करदा कई बार जे अज भगत सिंह हुंदा ते वो की कुछ कहिंदा। वो अज भी किसानां दा मोर्चा लगा होया, अज भी किसानां नूं उजाड़न की कोशिश की जा रही है। भगत सिंह अज के समय की कुछ कहिंदा, उदों पगड़ी संभाल जट्टा दे गीत उहदे चाचे ने गा सी। अज भगत सिंह हुंदा ते किहो जिहा गीत गाउंदा, किहो जी गल करदा, मैं उहनूं याद करके कविता दे विच गीत दे विच बोल बनन की कोशिश की है। भगत सिंह दे बोल होने सी, किसान वीरो इकट्ठे होवो, पग दा सवाल है, एके विच रब अते जग हुंदा नाल है, काले कानूनां वाले दाग नूं जे धोवना, लोकां नाल पैना है खलोवना, एके नाल मंजलां दी हुंदी सदा भाल है, किसान वीरो इकट्ठे होवो, पग दा सवाल है, एके विच रब अते जग हुंदा नाल है। राजियां दा पक्ष रजवाड़ियां ने पूरिया, सच कहण वालियां नूं कुੱਟਿਆ ते घूरिया, किरती किसान दा होया बुरा हाल है, किसान वीरो इकट्ठे होवो, पग दा सवाल है, एके विच रब अते जग हुंदा नाल है। सरमाएदारी चाहुंदी है पंजाब नूं उजाड़ना, लालच ते दाबे नाल उन्हां तुहानूं पाड़ना, इकट्ठे होके होनी हुण पग दी संभाल है, किसान वीरो इकट्ठे होवो, पग दा सवाल है, किसान वीरो इकट्ठे होवो, पग दा सवाल है, एके विच रब अते जग हुंदा नाल है। चुप ना बैठे कोई मदई जो किसान दा, भगत सिंह दी रूह भी अज ये कह रही होगी, चुप ना बैठे कोई मदई जो किसान दा भला राणे, भला है जहान दा, काले कानूना पाउणा देश विच काल है, किसान वीरो इकट्ठे होवो, पग दा सवाल है, एके विच रब अते जग हुंदा नाल है, किसान वीरो इकट्ठे होवो, पग दा सवाल है। कदी पगड़ी संभाल जट्टा दा नारा सी ते कदी हुण पग नूं तुहाडे सिर ते जिहड़ी है मान नाल खड़ी है, उस पग नूं डिगण दी गल चल रही है। किसानां दे उत्ते काले कानून लागू कीते जा रहे हैं। अज जे भगत सिंह हुंदा, जे किते भगत सिंह दी विचारधारा वालियां सरकारां हुंदियां, जे भगत सिंह दी विचारधारा वाली किरतियां किसानां दीयां सरकारां हुंदियां, किते गुरमत दे उस इनकलाबी विचारधारा नाल जुड़ियां होई सरकारां हुंदियां, ते शायद अज ये सारा कुछ ना वापरदा। भगत सिंह नूं श्रद्धांजलि दे फुੱਲ भेंट करदिआं होइआं, भगत सिंह दे जन्म दिन नूं याद करदिआं होइआं, भगत सिंह दीआं कीतियां ते नीतियां नूं समर्पित हुंदिआं होइआं, देश की आज़ादी लई जूझे हुए योद्धियां की गल करदिआं होइआं, सानूं सारिआं नूं उन्हां रस्तिआं ते जिन्ना जिन्ना तुर सकदे होईए उन्हां तुरन लई यतन करना चाहिए, तां ही देश बचेगा, तां ही खुशहाली बचेगी। सो भगत सिंह नूं उहदी विचारधारा नूं जिहड़ी अपनी पिता पुरखी विचारधारा लैके तुरिया सी, आनंदपुर वाली विचारधारा नूं, और खास करके कह दियां जदों मैं आनंदपुरी विचारधारा की गल करदा, पंजाब दे विच आनंदपुर दे मते दे मोर्चे भी उही लगे सन जिहड़ियां अज किसान मंगां कर रहे हैं। जे किते आनंदपुर दे मोर्चे मते वाले वो मोर्चे किते कामयाब हो जाते हुंदे, किते देश दे विच आनंदपुर दा मता लागू हो गया हुंदा, उदों दीआं सरकारां ने किते उदों दे पंजाब दे लोकां दी जिहड़े उठे सन जिन्हां ने बहुत लंबा मोर्चा लाया धर्मयुद्ध मोर्चे दे नां थल्ले, किते उहदियां गल्लां सुन लईआं हुंदियां ते अज पूरा हिंदुस्तान बहुत वड्डी खुशहाली दे विच होना सी, एक फैडरल सिस्टम होना सीगा। अज फिर पंजाब दा किसान उही ही मंग कर रहा है। सो आपां भगत सिंह नूं याद करदिआं होइआं पंजाब दी खुशहाली लई, पंथ दी बेहतरी लई, देश दे भले लई, सरबत दे भले लई उहदियां कीतियां ते नीतियां तो सेध प्राप्त करिए। इन्ने कुछ शब्दां दे नाल मैं खिमा जाचना कर जानी है। एक बार फिर शब्द मुढ़ले दोहरा दियां, जो कतल गाहां वल तुर पैंदे, वो सिर धर तुरदे तली तली, वो मौत नूं मासी कह जांदे, वो बन जांदे फिर बली बली, शहीदां दी गाथा गा हुंदी, हर चौंक चराहे गली गली, हर चौंक चराहे गली गली। वाहिगुरू जी का खालसा, वाहिगुरू जी की